ਰੋਜ਼ਾਨਾ ਲੋਕਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਦਾ ਯੋਗਰਾਜ ਸ਼ੋਅ ਵਿਦ ਸੁਖਵਿੰਦਰ ਸਿੱਧੂ 'ਚ ਮੈਂ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਪੰਜਾਬੀ ਤੇ ਪੰਜਾਬੀਅਤ ਹਰ ਮੁੱਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਮੁੱਦੇ ਲੁਕੇ ਰਹਿ ਜਾਂਦੇ ਨੇ ਯੋਗਰਾਜ ਜੀ ਦੇ ਥਰੂ ਅਸੀਂ ਉਹ ਮੁੱਦੇ ਚੱਕ ਕੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਲੋਕਾਂ ਦੇ ਇਹ ਮੁੱਦੇ ਹੱਲ ਹੋ ਸਕਣ। ਅੱਜ ਅਜਿਹੇ ਹੀ ਕੁਝ ਮੁੱਦਿਆਂ ਤੇ ਗੱਲਬਾਤ ਕਰਾਂਗੇ। ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਆ ਉਹ ਬੜੇ ਦਿਨਾਂ ਤੋਂ ਚੱਲਦੇ ਆ ਰਹੇ ਨੇ। ਕਿਸਾਨਾਂ ਦੀ ਅੱਜ ਮੀਟਿੰਗ ਵੀ ਹੈ, ਆਪਸ ਦੇ ਵਿੱਚ ਕੁਝ ਫੈਸਲੇ ਲੈਣੇ ਆ ਉਹਨਾਂ ਨੇ ਕਿ ਟ੍ਰੇਨਾਂ ਚੱਲਣੀਆਂ ਚਾਹੀਦੀਆਂ ਨੇ ਜਾਂ ਨਹੀਂ, ਜਾਂ ਹੋਰ ਵੀ ਕੁਝ ਫੈਸਲੇ ਲੈਣੇ ਨੇ। ਜਦੋਂ ਤੱਕ ਸਾਡਾ ਇਹ ਪ੍ਰੋਗਰਾਮ ਅਪਲੋਡ ਹੋਣਾ ਹੈ ਉਦੋਂ ਤੱਕ ਉਹ ਮੀਟਿੰਗ ਖਤਮ ਹੋ ਜਾਵੇਗੀ ਤੇ ਉਦੋਂ ਤੱਕ ਕੁਝ ਫੈਸਲੇ ਵੀ ਆ ਜਾਣਗੇ। ਪਰ ਕਿਸਾਨਾਂ ਦੀ ਇਸ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਵੀ ਹੋਈ ਹੈ। ਉਹਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਗੱਲਬਾਤ ਕਰਾਂਗੇ ਕਿ ਕੱਲ੍ਹ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਪਣਾ ਭਾਸ਼ਣ ਦਿੱਤਾ ਗਿਆ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ। ਇਹਨਾਂ ਮੁੱਦਿਆਂ ਦੇ ਉੱਪਰ ਕਰਾਂਗੇ ਗੱਲਬਾਤ ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਨੇ ਸਰਦਾਰ ਯੋਗਰਾਜ ਸਿੰਘ। ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰ ਲੈਂਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ 'ਚ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਗੱਲ ਜਿਵੇਂ ਤੁਸੀਂ ਜਾਣਦੇ ਹੋ ਕਿ ਮੁੱਦਾ ਜਿਹੜਾ ਕਿਸਾਨਾਂ ਦਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਹਾਲੇ ਤੱਕ ਹੱਲ ਹੁੰਦਾ ਵੀ ਦਿਖਾਈ ਨਹੀਂ ਦੇ ਰਿਹਾ। ਹੁਣ ਕਿਸਾਨਾਂ ਦੀ ਅੱਜ ਮੀਟਿੰਗ ਹੈ, ਕਿਉਂਕਿ ਪਹਿਲਾਂ ਕੇਂਦਰ ਦੇ ਨਾਲ ਮੀਟਿੰਗ ਹੋਈ ਸੀ। ਉਹਨਾਂ ਨੇ ਫਿਰ ਦੱਸਿਆ ਸੀ ਕਿ ਅੱਜ 18 ਤਰੀਕ ਨੂੰ ਸਾਡੀ ਮੀਟਿੰਗ ਹੋਵੇਗੀ, ਉਹਦੇ ਵਿੱਚ ਕੁਝ ਅਹਿਮ ਫੈਸਲੇ ਲਵਾਂਗੇ ਕਿ ਟ੍ਰੇਨਾਂ ਚੱਲਣੀਆਂ ਚਾਹੀਦੀਆਂ ਜਾਂ ਨਹੀਂ। ਟ੍ਰੇਨਾਂ ਬਾਰੇ ਹਾਲੇ ਫੈਸਲਾ ਆਉਣਾ ਬਾਕੀ ਹੈ ਕਿਉਂਕਿ ਹਾਲੇ ਮੀਟਿੰਗ ਚੱਲ ਰਹੀ ਹੈ, ਆਪਣਾ ਪ੍ਰੋਗਰਾਮ ਹੋ ਜਾਣਾ ਉਦੋਂ ਤੱਕ। ਪਰ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ, ਉਹਦੇ ਵਿੱਚ ਕੀ ਕੁਝ ਖਾਸ ਰਿਹਾ, ਤੁਸੀਂ ਕਿਵੇਂ ਦੇਖਦੇ ਹੋ? ਮੇਰਾ ਖਿਆਲ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜਿਹੜੀ ਮੈਂ ਸਮਝਦਾ ਕਿ ਜਿਹੜੀ ਆਪਣੀ ਸਟੇਟ ਦੀ ਸਰਕਾਰ ਹੈ, ਪੰਜਾਬ ਸਰਕਾਰ ਹੈ, ਕਿਸਾਨਾਂ ਨਾਲ ਜਿਹਨਾਂ ਦੀ ਮੀਟਿੰਗ ਹੋਈ ਸੀ ਤਾਂ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦਾ ਟਕਰਾਅ ਨਹੀਂ ਹੋਣਾ ਚਾਹੀਦਾ ਕਿਤੇ ਵੀ। ਜੋ ਕਿਸਾਨ ਕਹਿ ਰਹੇ ਨੇ, ਜੋ ਜਥੇਬੰਦੀਆਂ ਕਹਿ ਰਹੀਆਂ ਨੇ, ਉਹ ਪੰਜਾਬ ਸਰਕਾਰ ਦਾ ਵੀ ਮੁੱਦਾ ਹੋਣਾ ਚਾਹੀਦਾ। ਪੰਜਾਬ ਸਰਕਾਰ ਦਾ ਹੀ ਕਿਉਂ, ਜਿੰਨੀਆਂ ਵੀ ਪਾਰਟੀਆਂ ਨੇ, ਸਿਆਸੀ ਪਾਰਟੀਆਂ ਪੰਜਾਬ ਦੇ ਵਿੱਚ, ਉਹਨਾਂ ਦਾ ਇਕੱਠਾ ਇਹ ਮੁੱਦਾ ਹੋਣਾ ਚਾਹੀਦਾ ਔਰ ਇਹ ਮੁੱਦਾ ਇਕੱਠਾ ਹੀ ਪਾਸ ਹੋਣਾ ਚਾਹੀਦਾ ਤਾਂ ਕਿ ਕੇਂਦਰ ਸਰਕਾਰ ਨੂੰ ਇਹ ਲੱਗੇ ਕਿ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਨੇ ਉਹ ਇਕੱਠੀਆਂ ਹੋ ਕੇ ਜਥੇਬੰਦੀਆਂ ਦਾ, ਕਿਸਾਨਾਂ ਦਾ ਸਾਥ ਦੇ ਰਹੀਆਂ ਨੇ। ਇਹ ਬਹੁਤ ਜਿਹੜੀ ਪੰਜਾਬ ਪੂਰਾ ਇਕੱਠਾ ਹੈ ਇਸ ਮੁੱਦੇ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਪੰਜਾਬ ਸਾਰਾ ਇਕੱਠਾ, ਹਰ ਵਰਗ ਦੇ ਲੋਕ ਇਕੱਠੇ, ਹਰ ਧਰਮ ਦੇ ਲੋਕ ਇਕੱਠੇ, ਹਰ ਪਾਰਟੀਆਂ ਇਕੱਠੀਆਂ ਨੇ ਔਰ ਉਹਦੇ ਵਿੱਚ ਇਹ ਸਪੋਰਟਿਵ ਹੋਣਾ ਚਾਹੀਦਾ। ਮੈਂ ਇਹ ਵੀ ਸਮਝਦਾ ਕਿ ਸਾਡੀ ਸਟੇਟ ਦੀ ਸਰਕਾਰ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਕੁਝ ਵੀ ਹੋ ਜਾਏ, ਕੇਂਦਰ ਸਰਕਾਰ ਪੰਜਾਬ ਨਾਲ ਜਿਹੋ ਜਿਹਾ ਵੀ ਰਵੱਈਆ ਅਖਤਿਆਰ ਕਰ ਰਹੀ ਹੈ, ਜਿਹੋ ਜਿਹਾ ਵੀ ਮਤਰੇਆਪਨ ਕਰ ਰਹੀ ਹੈ, ਜੋ ਵੀ ਉਹਨਾਂ ਨੇ ਬੋਲਿਆ ਮੈਂ ਸੁਣਿਆ ਉਹ, ਅਸੀਂ ਤੁਹਾਡੇ ਨਾਲ ਦਿੱਲੀ ਚੱਲਾਂਗੇ। ਮੈਂ ਸਮਝਦਾ ਕਿ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਇਕੱਠੀਆਂ ਹੋ ਕੇ ਆਪਣੇ ਆਪਣੇ ਝੰਡੇ ਛੱਡ ਕੇ ਸਾਰੇ ਨੌਜਵਾਨਾਂ ਨੂੰ ਜਥੇਬੰਦੀਆਂ ਦੇ ਨਾਲ ਜਾ ਕੇ ਸੈਂਟਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਜਦ ਪੋਲੀਟੀਕਲ ਪਾਰਟੀਆਂ ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਕਹਿਤਾ ਕਿ ਅਸੀਂ ਇਹਨਾਂ ਦੇ ਨਾਲ ਜ਼ਰੂਰ ਜਾਵਾਂਗੇ, ਕਿਸਾਨਾਂ ਦੇ ਨਾਲ ਜਾਵਾਂਗੇ ਦਿੱਲੀ। ਪਰ ਹੁਣ ਜਿਹੜੀ ਇਹ ਮੀਟਿੰਗ ਹੋਈ ਹੈ ਇਹਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਤੇ ਵਿਧਾਇਕ ਮੰਗ ਲੈ ਕੇ ਗਏ ਸੀ ਕਿਸਾਨਾਂ ਦੇ ਅੱਗੇ ਕਿ ਤੁਸੀਂ ਟ੍ਰੇਨਾਂ ਚੱਲਣ ਦਿਓ, ਪੈਸੇਂਜਰ ਟ੍ਰੇਨਾਂ ਚੱਲਣ ਦਿਓ। ਇਹਦੇ ਰਿਗਾਰਡਿੰਗ ਕੀ ਕੁਝ ਹੋਇਆ? ਨਹੀਂ, ਪੈਸੇਂਜਰ ਟ੍ਰੇਨਾਂ ਤਾਂ ਕਿੱਥੇ ਚੱਲ ਰਹੀਆਂ ਨੇ, ਕਿਤੇ ਵੀ ਨਹੀਂ ਚੱਲ ਰਹੀਆਂ ਮੇਰੇ ਹਿਸਾਬ ਨਾਲ। ਜੋ ਉਹਨਾਂ ਨੇ ਦੱਸਿਆ ਵੀ 58% ਪੈਸੇਂਜਰ ਟ੍ਰੇਨਾਂ ਚੱਲ ਰਹੀਆਂ ਨੇ ਤੇ ਪਰ ਜਿਹੜੀਆਂ ਦੂਜੀਆਂ ਟ੍ਰੇਨਾਂ ਰੁਕੀਆਂ ਹੋਈਆਂ ਨੇ ਜਿਹਦੇ ਨਾਲ ਬਿਜ਼ਨਸ ਇਫੈਕਟ ਹੁੰਦਾ, ਜਿਹਦੇ ਨਾਲ ਸਟੇਟ ਇਫੈਕਟ ਹੁੰਦੀ ਹੈ, ਉਹ ਟ੍ਰੇਨਾਂ ਚਲਾ ਲੈਣੀਆਂ ਚਾਹੀਦੀਆਂ ਨੇ। ਮੈਂ ਤਾਂ ਇਹ ਵੀ ਸੁਣਿਆ ਜਥੇਬੰਦੀਆਂ ਤੋਂ ਵੀ ਉਹ ਤਾਂ ਕਹਿੰਦੇ ਨੇ ਜੀ ਅਸੀਂ ਤਾਂ ਟ੍ਰੇਨਾਂ ਰੋਕੀਆਂ ਨਹੀਂ, ਤੁਸੀਂ ਟ੍ਰੇਨਾਂ ਚਲਾਓ। ਕੇਂਦਰ ਸਰਕਾਰ ਹੀ ਟ੍ਰੇਨਾਂ ਨਹੀਂ ਚਲਾਉਣਾ ਚਾਹੁੰਦੀ। ਮਤਲਬ ਦੂਜੀਆਂ ਸਟੇਟਾਂ ਦੇ ਵਿੱਚ ਜੋ ਸੁਣਨ 'ਚ ਆਇਆ ਹੈ ਕਿ ਤੁਸੀਂ ਮਾਲ ਗੱਡੀਆਂ ਚਲਾ ਰਹੇ ਹੋ, ਸਭ ਕੁਝ ਚਲਾ ਰਹੇ, ਪੈਸੇਂਜਰ ਟ੍ਰੇਨਾਂ ਬਹੁਤ ਘੱਟ ਚੱਲ ਰਹੀਆਂ ਨੇ। ਪੈਸੇਂਜਰ ਟ੍ਰੇਨਾਂ ਬੰਦ ਨੇ, ਮਾਲ ਗੱਡੀਆਂ ਚੱਲ ਰਹੀਆਂ ਨੇ। ਪਰ ਪੰਜਾਬ ਦੇ ਵਿੱਚ ਪੈਸੇਂਜਰ ਟ੍ਰੇਨ ਦੇ ਵਿੱਚ ਤੁਸੀਂ ਮਾਲ ਗੱਡੀਆਂ ਕਿਉਂ ਬੰਦ ਕੀਤੀਆਂ ਹੋਈਆਂ? ਸੈਂਟਰ ਸਰਕਾਰ ਇਹ ਕਹਿੰਦੀ ਹੈ ਜੀ ਕਿ ਮਾਲ ਗੱਡੀਆਂ ਅਸੀਂ ਤਾਂ ਬੰਦ ਕੀਤੀਆਂ ਨਹੀਂ, ਇਹ ਤਾਂ ਜੀ ਟ੍ਰੇਨਾਂ ਦੀ ਲਾਈਨਾਂ ਤੇ ਬੈਠੇ ਨੇ ਜੀ, ਤੇ ਅਸੀਂ ਜੇ ਟ੍ਰੇਨ ਚਲਾਵਾਂਗੇ ਤੇ ਥੱਲੇ ਆ ਜਾਣਗੇ। ਮੇਰਾ ਮਤਲਬ ਉਹਨਾਂ ਦਾ ਕਹਿਣ ਦਾ ਇਹ ਹੋਊਗਾ। ਬਿਲਕੁਲ। ਔਰ ਦੂਜੀ ਗੱਲ ਹੈ ਜਿਹੜੀ ਗੋਇਲ ਸਾਹਿਬ ਦੀ ਗੱਲ ਹੈ, ਜਿਹੜੇ ਐਗਰੀਕਲਚਰ ਮੰਤਰੀ ਹੈ, ਨਹੀਂ ਐਗਰੀਕਲਚਰ ਨੇ, ਗੋਇਲ ਸਾਹਿਬ ਮਾਫ ਕਰਨਾ, ਰੇਲਵੇ ਮੰਤਰੀ। ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਗੋਇਲ ਸਾਹਿਬ ਤੁਸੀਂ ਇੰਨੀ ਕੁ ਗੱਲ ਜ਼ਰੂਰ ਜ਼ਿੰਦਗੀ 'ਚ ਸਿੱਖੋ ਕਿ ਜਦ ਤੁਹਾਡੇ ਘਰੇ ਕੋਈ ਮਹਿਮਾਨ ਆਏ ਨਾ ਤੇ ਉਹਦਾ ਆਦਰ ਸਨਮਾਨ ਕਿਵੇਂ ਕਰੀਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਐਡੇ ਵੱਡੇ ਸੈਂਟਰ ਮਿਨਿਸਟਰ ਹੋ। ਕਿਸਾਨਾਂ ਨੇ ਨਾਰਾਜ਼ਗੀ ਜਤਾਈ ਹੈ, ਕਿਸਾਨਾਂ ਦੀ ਨਾਰਾਜ਼ਗੀ ਬਹੁਤ ਵੱਡੀ ਹੈ, ਇਹ ਸੁਣਨ 'ਚ ਆਇਆ, ਉਹਨਾਂ ਨੇ ਦੱਸਿਆ। ਤੁਸੀਂ ਆਫਟਰ ਆਲ ਇਸ ਤਰ੍ਹਾਂ ਬਿਹੇਵ ਕਿਉਂ ਕਰਦੇ ਹੋ? ਤੁਹਾਡਾ ਪੰਜਾਬ ਨਾਲ ਕੀ ਰੌਲਾ ਹੈ?
ਤੁਸੀਂ ਪੰਜਾਬ ਨੇ ਤੁਹਾਡੇ ਨਾਲ ਕੀ ਧੱਕਾ ਕੀਤਾ। ਮੈਂ ਵੈਸੇ ਗੋਇਲ ਸਾਹਿਬ ਨੂੰ ਪਰਸਨਲੀ ਪੁੱਛਣਾ ਚਾਹੁੰਦਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਤੁਸੀਂ ਐਡੇ ਵੱਡੇ ਮੰਤਰੀ ਹੋ, ਤੁਹਾਨੂੰ ਐਟਲੀਸਟ ਤੁਸੀਂ ਗੱਲ ਮੰਨੋ ਨਾ ਮੰਨੋ ਕਿਉਂਕਿ ਵਿਚਾਰਧਾਰਾ ਦੀ ਗੱਲ ਹੈ, ਪਰ ਇਹ ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਕਹੋ ਆਓ ਜੀ ਬੈਠੋ ਜੀ, ਉਹਨਾਂ ਨੂੰ ਇਹ ਤਾਂ ਲੱਗੇ ਵੀ ਸਾਨੂੰ ਇੱਕ ਬਹੁਤ ਅੱਛਾ ਮਾਨ ਸਤਿਕਾਰ ਮਿਲਿਆ। ਜੇ ਤੁਸੀਂ ਉਹਨਾਂ ਨੂੰ ਬੁਲਾਇਆ ਗੱਲਬਾਤ ਤੁਹਾਨੂੰ ਜ਼ਿੰਦਗੀ 'ਚ ਇੰਨੀ ਕਿਸੇ ਨੇ ਅਕਲ ਨਹੀਂ ਦਿੱਤੀ, ਇੰਨੀ ਸਤਿਕਾਰ, ਤੁਸੀਂ ਗੀਤਾ ਵੀ ਪੜ੍ਹਦੇ ਹੋ, ਰਮਾਇਣ ਵੀ ਪੜ੍ਹਦੇ ਹੋ, ਸਾਰੀਆਂ ਗੱਲਾਂ ਕਰਦੇ ਹੋ, ਤੇ ਤੁਹਾਨੂੰ ਕਿਸੇ ਨੇ ਜ਼ਿੰਦਗੀ 'ਚ ਇਹ ਨਹੀਂ ਗੋਇਲ ਸਾਹਿਬ ਦੱਸਿਆ ਵੀ ਘਰ ਦੇ ਵਿੱਚ ਜਦ ਕੋਈ ਆਉਂਦਾ ਉਹ ਰੱਬ ਦਾ ਰੂਪ ਹੁੰਦਾ, ਰੱਬ ਦਾ ਮਹਿਮਾਨ ਹੁੰਦਾ ਤੇ ਉਹਦੇ ਨਾਲ ਕਿਸ ਤਰ੍ਹਾਂ ਤੁਹਾਨੂੰ ਵਿਹਾਰ ਕਰਨਾ ਚਾਹੀਦਾ। ਜੇ ਕਿਸਾਨ ਨਾਰਾਜ਼ ਨੇ, ਤੁਸੀਂ ਗੱਲ ਨਾ ਮੰਨੋ, ਮੈਂ ਇਸ ਗੱਲ ਦਾ ਬੜਾ ਮੁੱਦਾ ਹੈ, ਮੈਨੂੰ ਬੜਾ ਰੰਜ ਹੈ ਇਸ ਗੱਲ ਦਾ, ਤੁਸੀਂ ਨਾ ਗੱਲ ਮੰਨੋ, ਠੀਕ ਹੈ, ਸਾਡੇ ਵਿਚਾਰ ਤੁਹਾਡੇ ਵਿਚਾਰਾਂ 'ਚ ਟਕਰਾਅ ਹੈ, ਲੇਕਿਨ ਤੁਸੀਂ ਇਹੋ ਜਿਹਾ ਵੈਲਕਮ ਤਾਂ ਕਰੋ ਆ ਕੇ ਕਿਸਾਨ ਇਹ ਤਾਂ ਕਹਿਣ ਲਓ ਜੀ ਗੱਲ ਸਾਡੀ ਨਹੀਂ ਸਿਰੇ ਚੜੀ, ਪਰ ਸਾਨੂੰ ਜਿਹੜੀ ਉਹਨਾਂ ਨੇ ਸੇਵਾ ਭਾਵ ਤੇ ਪਿਆਰ ਦਿੱਤਾ ਹੈ ਉਹਦੇ ਸਦਕੇ ਜਾਈਏ। ਇਹ ਤਾਂ ਆਪਣੇ ਪੰਜਾਬ ਜਿਹਦੇ ਕਰਕੇ ਉਮੀਦ ਰੱਖੀ ਜਾ ਸਕਦੀ ਹੈ ਵੀ ਅੱਗੇ ਤੋਂ ਸਾਡਾ ਕੰਮ ਜ਼ਰੂਰ ਹੋਊਗਾ। ਸੋ ਇਹ ਤਾਂ ਗੱਲ ਜਿੱਥੇ ਖੜੀ ਹੈ ਉੱਥੇ ਖੜੀ ਹੈ। ਮੈਂ ਤਾਂ ਪਹਿਲਾਂ ਕਿਹਾ ਸੀਗਾ ਸੁਖਵਿੰਦਰ ਕਿ ਇਹ ਜਿਹੜਾ ਪੰਜਾਬ ਵੱਲ ਨਿਗਾਹ ਹੈ ਸੈਂਟਰ ਸਰਕਾਰ ਦੀ, ਇਹ ਹੈ ਵੀ ਪੰਜਾਬ ਨੂੰ ਖਤਮ ਕਰਨਾ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇਹਨਾਂ ਨੇ JNK ਦੇ ਨਾਲ ਆਹ ਜਿਹੜੇ ਗੁਰਦਾਸਪੁਰ ਦੇ ਨਾਲ ਛੋਟੇ ਏਰੀਏ ਨੇ ਨਾ, ਇਨਕਲੂਡਿੰਗ ਗੁਰਦਾਸਪੁਰ, ਇਹਨਾਂ ਨੇ JNK ਦੇ ਵਿੱਚ ਮਿਲਾ ਦੇਣਾ। ਇਹ ਗੱਲ ਨੂੰ ਇਹਨਾਂ ਸਮਝਣਾ, ਪੰਜਾਬ ਨੂੰ ਹੋਰ ਛੋਟਾ ਕਰਨ ਦੀ ਤਿਆਰੀ, ਹਾਂ ਪੰਜਾਬ ਨੂੰ ਛੋਟਾ ਕਰਨ, ਇਹ ਨਾ ਸਮਝਣਾ ਵੀ ਇਹ ਸੋਚ ਰਹੇ ਨੇ। ਇਹਨਾਂ ਨੇ ਆਲਰੇਡੀ ਇਹ ਗੱਲ ਕੀਤੀ ਹੋਈ ਹੈ, ਮੈਨੂੰ ਵੀ ਸਾਰੀਆਂ ਗੱਲਾਂ ਇਹਨਾਂ ਦੀਆਂ ਪਤਾ ਲੱਗਦੀਆਂ, ਲੀਕ ਆਊਟ ਹੁੰਦੀਆਂ, ਮੇਰੇ ਕੋਲ ਵੀ ਆਉਂਦੀਆਂ। ਇਹਨਾਂ ਨੇ ਆਲਰੇਡੀ ਇਹ ਸੋਚ ਲਿਆ ਵੀ ਇਹ ਕੰਮ ਕਰ ਦੇਣਾ ਹੈ, ਇਹਨਾਂ ਨੇ ਫੈਸਲਾ ਆਲਰੇਡੀ ਲੈ ਲਿਆ, ਇਹ ਅੱਜ ਕਰ ਦੇਣ ਕੱਲ੍ਹ ਨੂੰ ਕਰ ਦੇਣ। ਇਹਨਾਂ ਦਾ ਇੱਕੋ ਹੀ ਮੋਟੋ ਹੈ ਸੈਂਟਰ ਸਰਕਾਰ ਦਾ ਕਿ ਪੰਜਾਬ ਨੂੰ ਛੋਟਾ ਕਰਕੇ ਗੁਲਾਮ ਬਣਾਉਣਾ ਹੈ। ਇਹ ਇਹਨਾਂ ਦਾ ਮੁੱਦਾ ਹੈ, ਜਿੱਥੋਂ ਮਰਜ਼ੀ ਤੁਸੀਂ ਕੰਨ ਫੜ ਲਓ। ਤਾਂ ਦੱਸ ਦਈਏ ਕਿ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ ਆਪਸ ਦੇ ਵਿੱਚ, ਹਾਲੇ ਉਹ ਮੀਟਿੰਗ ਦਾ ਫੈਸਲਾ ਹੋਣਾ ਬਾਕੀ ਹੈ, ਪਰ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ। ਪੰਜਾਬ ਸਰਕਾਰ ਦੇ ਮੰਤਰੀ ਤੇ ਵਿਧਾਇਕ ਗਏ ਸੀ ਕਿ ਕਿਸਾਨਾਂ ਅੱਗੇ ਅਪੀਲ ਕਰਨ ਕਿ ਜਿਹੜੀਆਂ ਟ੍ਰੇਨਾਂ ਨੇ, ਪੈਸੇਂਜਰ ਟ੍ਰੇਨਾਂ ਨੇ, ਉਹਨਾਂ ਨੂੰ ਵੀ ਚਲਾਇਆ ਜਾਵੇ, ਮਾਲ ਗੱਡੀਆਂ ਚੱਲਣ ਦਿਓ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੈਸੇਂਜਰ ਟ੍ਰੇਨਾਂ ਨਹੀਂ ਚੱਲਣ ਦਿਆਂਗੇ। ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੇਂਦਰ ਜਿਹੜਾ ਹੈਗਾ ਉਹ ਆਪ ਹੀ ਪੈਸੇਂਜਰ ਟ੍ਰੇਨਾਂ ਨਹੀਂ ਚਲਾਉਣਾ ਚਾਹੁੰਦਾ, ਬਹਾਨਾ ਜਿਹੜਾ ਹੈਗਾ ਉਹ ਸਾਡਾ ਲਗਾਉਣਾ ਚਾਹੁੰਦਾ। ਤਾਂ ਹੁਣ ਗੱਲਬਾਤ ਅਗਲੇ ਮੁੱਦੇ ਤੇ, ਜਿਸ ਤਰੀਕੇ ਦੇ ਨਾਲ ਕੱਲ੍ਹ ਤੁਸੀਂ ਉਹਨਾਂ ਦਾ ਭਾਸ਼ਣ ਵੀ ਸੁਣਿਆ ਹੋਣਾ, ਗਿਆਨੀ ਹਰਪ੍ਰੀਤ ਸਿੰਘ ਦਾ, ਜਥੇਦਾਰ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਕੱਲ੍ਹ SGPC ਦਾ 100 ਸਾਲਾ ਸਥਾਪਨਾ ਦਿਵਸ ਸੀਗਾ, ਉਸ ਮੌਕੇ ਜਿਸ ਤਰੀਕੇ ਦਾ ਉਹਨਾਂ ਦਾ ਭਾਸ਼ਣ ਸੀ, ਤੁਸੀਂ ਕਿਵੇਂ ਦੇਖਦੇ ਹੋ? ਖਾਸ ਕਰਕੇ ਉਹਨਾਂ ਦੇ ਜਿਹੜਾ ਝੁਕਾਵ ਸੀਗਾ ਜ਼ਿਆਦਾ ਅਕਾਲੀ ਦਲ ਵਾਲੇ ਪਾਸੇ ਰਿਹਾ। ਬਹੁਤ ਸਾਰੇ ਲੋਕ ਉਸ 'ਤੇ ਸਵਾਲ ਵੀ ਚੁੱਕ ਰਹੇ ਨੇ ਕਿਉਂਕਿ 328 ਸਰੂਪ ਗਬਨ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੋਈ ਹੈ ਉਹ ਸਿੱਖ ਜਥੇਬੰਦੀਆਂ ਉਸ ਤੋਂ ਨਾਰਾਜ਼ ਨੇ। ਉਹ ਕਹਿੰਦੀਆਂ ਨੇ ਕਿ ਇਹ ਜਾਂਚ ਸਹੀ ਤਰੀਕੇ ਨਾਲ ਨਹੀਂ ਹੋਈ, ਤਾਂ ਬਹੁਤ ਸਾਰੀ ਸਿੱਖ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ। ਤਾਂ ਉਹਨਾਂ ਦੀਆਂ ਉੱਥੇ ਪੱਗਾਂ ਲਾਈ ਗਈਆਂ SGPC ਟਾਸਕ ਫੋਰਸ ਦੇ ਵੱਲੋਂ। ਉਹ ਹਲੇ ਨਾਰਾਜ਼ਗੀ ਚੱਲ ਰਹੀ ਸੀ, ਉਹ ਹਲੇ ਲੋਕਾਂ ਦੇ ਨਿਸ਼ਾਨੇ 'ਤੇ ਸੀ ਕਿ SGPC ਟਾਸਕ ਫੋਰਸ ਨੂੰ ਇਸ ਤਰੀਕੇ ਦੇ ਨਾਲ ਸਿੱਖਾਂ ਨਾਲ ਨਹੀਂ ਕਰਨਾ ਚਾਹੀਦਾ ਸੀ। ਪਰ ਕੱਲ੍ਹ ਇੱਕ ਵਾਰ ਫਿਰ ਤੋਂ ਉਹਨਾਂ ਨੇ, ਜਥੇਦਾਰ ਸਾਹਿਬ ਨੇ ਹੀ ਇਹੋ ਜਿਹੀ ਗੱਲ ਕਰ ਦਿੱਤੀ ਜਿਸ ਤੋਂ ਫਿਰ ਸਿੱਖ ਜਥੇਬੰਦੀਆਂ ਨਾਰਾਜ਼ ਹੋ ਗਈਆਂ। ਉਹ ਕਹਿੰਦੇ ਕਿ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਤਾਲਾ ਲਾਇਆ ਸੀ SGPC ਦੀ ਕਮੇਟੀ ਨੂੰ, ਉਹਨਾਂ ਨੇ ਕਿਹਾ ਕਿ ਜੇਕਰ ਅਜਿਹੇ ਦੁੱਕੀ ਤਿੱਕੀ ਬੰਦੇ ਇੱਥੇ ਆ ਕੇ ਇਹੋ ਜਿਹੀ ਹਰਕਤ ਕਰਦੇ ਨੇ ਤਾਂ ਅਕਾਲੀ ਦਲ ਦੇ ਵਰਕਰ ਘਰੇ ਨਾ ਬੈਠਣ, ਗਹੀਰਾਂ ਕੱਤ ਕੇ ਜਿਹੜਾ ਹੈਗਾ ਉਹ ਅੰਮ੍ਰਿਤਸਰ ਪਹੁੰਚਣ। ਇਹ ਵੀ ਗੱਲ ਕਹੀ ਜਾ ਸਕਦੀ ਸੀ ਕਿ ਸਿੱਖ ਜਥੇਬੰਦੀਆਂ ਆਉਣ ਜਾਂ ਸ਼ਰਾਰਤੀ ਅਨਸਰ ਜੇ ਕੋਈ ਗਲਤ ਘਟਨਾ ਕਰਦਾ ਹੈ ਤਾਂ ਸਿੱਖ ਜਥੇਬੰਦੀਆਂ ਆਉਣ, ਪਰ ਸਿੱਖ ਜਥੇਬੰਦੀਆਂ ਨੂੰ ਦੁੱਕੀ ਤਿੱਕੀ ਦਾ ਦਰਜਾ ਦਿੱਤਾ ਗਿਆ ਤਾਂ ਅਕਾਲੀ ਦਲ ਦੇ ਵਰਕਰਾਂ ਨੂੰ ਉਹਨਾਂ ਦੇ ਵੱਲੋਂ ਤਰਜੀਹ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ? ਦੇਖੋ, ਗੁਰੂ ਘਰ ਨੇ ਆਪਾਂ ਨੂੰ ਸਿਖਾਇਆ ਸੀ ਕਿ ਜਿਹੜੀ ਤੁਹਾਡੀ ਜ਼ੁਬਾਨ ਹੈ ਉਹਦੇ 'ਚ ਨਿਮਰਤਾ ਬਹੁਤ ਹੋਣੀ ਚਾਹੀਦੀ ਹੈ। ਇੱਕ ਜਥੇਦਾਰ ਹੋ ਕੇ, ਇੱਕ ਅਕਾਲ ਤਖਤ ਦਾ ਐਡਾ ਵੱਡਾ ਨਹਿਰੁਮਾ ਹੋ ਕੇ, ਐਡੀ ਵੱਡੀ ਗੱਲ, ਐਡੀ ਵੱਡੀ ਪਾਵਰ ਹੋ ਕੇ, ਐਡੀ ਵੱਡੀ ਗੁਰੂ ਘਰ ਦੀ ਸੇਵਾ ਮਿਲੀ ਹੋਈ ਹੈ, ਮੇਰੇ ਹਿਸਾਬ ਨਾਲ ਉਹਨਾਂ ਨੂੰ ਇਹੋ ਜਿਹੇ ਅਲਫਾਜ਼ ਨਹੀਂ ਇਸਤੇਮਾਲ ਕਰਨੇ ਚਾਹੀਦੇ ਸੀ ਕਿਸੇ ਵਾਸਤੇ ਵੀ। ਔਰ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਪਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਗੱਲ ਕਰੀਏ, ਜਿਹੜੇ ਕਿ ਪਹਿਲੇ ਟਕਸਾਲ ਦੇ, ਦਮਦਮੀ ਟਕਸਾਲ ਦੇ ਜਥੇਦਾਰ ਸੀਗੇ, ਤੇ ਮੈਂ ਇਹ ਸਮਝਦਾ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜੀ ਗੱਲ ਹੈ ਸਤਿਕਾਰ ਤੇ ਮਾਣਯੋਗ ਨਾਲ ਕਰਨੀ ਚਾਹੀਦੀ ਹੈ। ਔਰ ਇਹ ਕਹਿਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਐਡੀ ਵੱਡੀ ਉਹਨਾਂ ਦੀ ਇੱਕ ਸ਼ਖਸੀਅਤ ਹੈ, ਕੋਈ ਜਥੇਦਾਰ ਹੋਣਾ ਅਕਾਲ ਤਖਤ ਦਾ ਕੋਈ ਛੋਟੀ ਮੋਟੀ ਗੱਲ ਨਹੀਂ। ਬਈ ਜਿੰਨੇ ਵੀ ਸਿੱਖ ਜਥੇਬੰਦੀਆਂ ਨੇ ਸਾਰੀਆਂ ਆਪਾਂ ਇਕੱਠੀਆਂ ਹੋ ਕੇ, ਤੁਸੀਂ ਆਓ ਬੈਠ ਕੇ ਆਪਾਂ ਵਿਚਾਰ ਕਰੀਏ ਕਿ ਜਿਹੜੇ ਇੰਨੇ ਸਰੂਪ ਗਬਨ ਹੋਏ ਨੇ ਇਹ ਆਫਟਰ ਆਲ ਕਿੱਥੇ ਗਏ। ਮੇਰੇ ਹਿਸਾਬ ਨਾਲ ਇਹਦੀ ਜਿਹੜੀ ਖੋਜ ਹੈ, ਇਹਦੀ ਜਿਹੜੀ ਆਪਾਂ ਨੂੰ ਨੁਮਾਇੰਦਗੀ ਹੈ, ਇਹ ਜਥੇਦਾਰ ਸਾਹਿਬ ਨੂੰ ਆਪ ਕਰਨੀ ਚਾਹੀਦੀ ਹੈ ਕਿ ਜੀ ਮੈਂ ਅੱਗੇ ਜਥੇਦਾਰ ਹਾਂ, ਮੈਂ ਆਨਸਰੇਬਲ ਹਾਂ ਸਿੱਖ ਗੌਰਮੈਂਟ ਨੂੰ, ਸਿੱਖ ਕੌਮ ਨੂੰ, ਅਤੇ ਮੈਂ ਤੁਹਾਡੇ ਨਾਲ ਚੱਲਦਾ।
ਤੁਸੀਂ ਆ ਕੇ ਬੈਠੋ, ਮੈਂ ਤੁਹਾਡੇ ਨਾਲ ਸਰਕਾਰ ਨੂੰ ਪੁੱਛਦਾ ਵੀ ਦੱਸੋ ਜੀ ਇਹ ਗੱਲ ਜਿਹੜੀ ਹੈਗੀ 368 ਸਰੂਪ ਜਿਹੜੇ ਤੁਸੀਂ ਦੱਸਿਆ 328 ਇਹ ਗਵਨ ਹੋਏ ਨੇ, ਕਿੱਥੇ ਗਏ ਨੇ? ਇਹਦੀ ਪੈਰਵਾਈ ਤਾਂ ਜਥੇਦਾਰ ਸਾਹਿਬ ਨੂੰ ਆਪ ਕਰਨੀ ਚਾਹੀਦੀ ਹੈ। ਉਹ ਮੈਂ ਇਹ ਸਮਝਦਾ ਕਿ ਐਡਾ ਵੱਡਾ ਅਹੁਦਾ ਮਿਲਣ ਦੇ ਬਾਵਜੂਦ ਵੀ ਆ ਜਿਹੜੇ ਸ਼ਬਦ ਨੇ ਇੱਕੀ ਦੁੱਕੀ, ਇਹ ਕਦੇ ਵੀ ਜੇ ਸਿੱਖ ਜਥੇਬੰਦੀਆਂ ਇਹ ਸ਼ੋਭਾ ਨਹੀਂ ਸਿੱਖ ਜਥੇਬੰਦੀਆਂ ਜੇ ਨਹੀਂ ਸੰਤੁਸ਼ਟ ਹੈਗੀਆਂ ਤਾਂ ਉਹਨਾਂ ਨੂੰ ਸੰਤੁਸ਼ਟ ਇਹ ਸ਼ੋਭਾ ਨਹੀਂ ਦਿੰਦੀਆਂ। ਪਹਿਲੀ ਗੱਲ ਤੁਹਾਨੂੰ ਚਾਹੀਦਾ ਵੀ ਆਓ ਮੇਰੇ ਪਿਆਰਿਓ, ਪਹਿਲੇ ਵੀ ਜਥੇਦਾਰ ਰਹੇ ਨੇ, ਬਹੁਤ ਵੱਡੇ ਵੱਡੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਪ੍ਰੇਰਣਾ ਲਈ ਹੈ ਬਾਬਾ ਜੀ ਤੋਂ, ਬਾਬਾ ਦੀਪ ਸਿੰਘ ਜੀ ਤੋਂ, ਭਾਈ ਮਣੀ ਸਿੰਘ ਉਹਨਾਂ ਤੋਂ, ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਕਰਨਾ ਚਾਹੀਦਾ ਕਿ ਇਹ ਗੁਰੂ ਸਾਹਿਬ ਦੇ ਸਰੂਪ ਨੇ, ਕੋਈ ਛੋਟੀ ਮੋਟੀ ਗੱਲ ਨਹੀਂ। ਅਕਾਲ ਪੁਰਖ ਮਹਾਰਾਜ ਦੀ ਬਾਣੀ ਦਰਜ ਉਹਦੇ ਵਿੱਚ, ਜਿਹਨੂੰ ਆਪਾਂ ਮੱਥਾ ਟੇਕਦੇ ਹਾਂ, ਅਤੇ ਉਹ ਦੀ ਪੈਰਵਾਈ ਜਥੇਦਾਰ ਸਾਹਿਬ ਨੂੰ ਆਪ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਜਿਸ ਤਰੀਕੇ ਦੇ ਨਾਲ ਅਕਾਲੀ ਦਲ ਵਾਲੇ ਪਾਸੇ ਨੂੰ ਨਾ ਝੁਕਾਅ ਦਿਖਿਆ, ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਜਥੇਦਾਰ ਦੀ ਪਰਚੀ ਜਿਹੜੀ ਬਾਦਲਾਂ ਦੀ ਜੇਬ ਚੋਂ ਨਿਕਲੀ ਰਹੀ ਹੈ, ਇੱਕ ਵਾਰ ਫਿਰ ਤੋਂ ਇਹਨਾਂ ਨੇ ਸਾਬਤ ਕਰਤਾ ਕਿ ਵਾਕਈ ਹੀ ਬਾਦਲਾਂ ਦੀ ਜੇਬ ਚੋਂ ਨਿਕਲੀ, ਕਿਉਂਕਿ ਜਦੋਂ ਇਹ ਆਏ ਸੀ ਇਹਨਾਂ ਦੀ ਛਵੀ ਬੜੀ ਚੰਗੀ ਮੰਨੀ ਜਾਂਦੀ ਸੀ, ਤਾਂ ਹੁਣ ਇਹਨਾਂ ਦੀ ਛਵੀ ਵੀ ਉਸੇ ਤਰੀਕੇ ਪਹਿਲਾਂ ਵਾਲੇ ਜਥੇਦਾਰਾਂ ਦੇ ਤਰ੍ਹਾਂ ਹੁੰਦੀ ਜਾ ਰਹੀ ਹੈ। ਦੇਖੋ ਇੱਕ ਚੀਜ਼ ਮੈਂ ਜ਼ਿੰਦਗੀ ਜ਼ਰੂਰ ਕਹਿਣਾ ਚਾਹੁੰਦਾ, ਸਾਡੇ ਨਾਲ ਉਮਰ 'ਚ ਛੋਟੇ ਵੀ ਹੋਣਗੇ, ਤਜਰਬਾ ਵੀ ਘੱਟ ਹੋਊਗਾ ਜਥੇਦਾਰ ਸਾਹਿਬ ਨੂੰ, ਜਾਂ ਸਾਰੀ ਸਿੱਖ ਕੌਮ ਨੂੰ ਗੱਲ ਕਹਿਣਾ ਚਾਹੁੰਦਾ, ਜਾਂ ਜਿੰਨੇ ਵੀ ਸਾਡੇ ਅਹੁਦੇਦਾਰ ਨੇ, ਵੀ ਜ਼ਿੰਦਗੀ 'ਚ ਗੁਰੂ ਸਾਹਿਬ ਡਰ ਤੁਹਾਡੇ ਵਿੱਚੋਂ ਕੱਢ ਗਏ ਸੀ, ਖੌਫ ਕੱਢ ਗਏ ਸੀ, ਵੀ ਕਿਸੇ ਤੋਂ ਡਰਨਾ ਨਹੀਂ, ਕਿਸੇ ਦੇ ਸਾਹਮਣੇ ਝੁਕਣਾ ਨਹੀਂ। ਤੇ ਆਪਾਂ ਨੂੰ ਕੀ ਲੋੜ ਹੈ ਕਿਸੇ ਦੇ ਸਾਹਮਣੇ ਝੁਕਣ ਦੀ? ਇਨਸਾਨ ਦੇ ਸਾਹਮਣੇ ਝੁਕੇ, ਇਹ ਤਾਂ ਗੱਲ ਗੁਰੂ ਸਾਹਿਬ ਨੇ ਖਤਮ ਕਰਤੀ ਸੀ। ਇਨਸਾਨ ਖੁਦਾ ਦੇ ਚਰਨਾਂ 'ਚ ਝੁਕੇ, ਗੁਰੂ ਦੇ ਚਰਨਾਂ 'ਚ ਝੁਕੇ, ਤੇ ਸੱਚ ਬੋਲੇ ਤੇ ਦ੍ਰਿੜਤਾ ਰੱਖੇ। ਕਿਸ ਗੱਲ ਦਾ ਡਰ ਹੈ? ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੀ ਖੌਫ, ਸਾਡੀ ਐਡੀ ਵੱਡੀ ਕੌਮ, ਐਡੀ ਗੱਲ, ਐਡਾ ਸਿੱਖ ਇਤਿਹਾਸ। ਮੈਂ ਜਦ ਸਿੱਖ ਨੂੰ ਦੇਖਦਾ, ਦਾੜੀ ਸਜਾਈ ਹੈ, ਪੱਗ ਬੰਨੀ ਹੈ, ਦਸਤਾਰ ਸਜਾਈ ਹੈ, ਕਿੰਨਾ ਖੂਬਸੂਰਤ, ਕਿੱਡਾ ਐ ਲੱਗਦਾ ਜਿਵੇਂ ਰੱਬ ਆਪ ਤੁਰਿਆ ਹੁੰਦਾ। ਸੋ ਮੇਰੇ ਹਿਸਾਬ ਨਾਲ ਸੁਖਵਿੰਦਰ, ਇਹਨਾਂ ਨੂੰ ਕਿਸ ਗੱਲ ਦਾ ਡਰ ਹੈ? ਆਖਿਰ ਗੱਲ ਕੀ ਹੈ? ਕਿਉਂ ਤੁਸੀਂ ਕਿਸੇ ਦੀ ਬੁੱਕਲ 'ਚ ਪੈਂਦੇ ਹੋ? ਤੁਸੀਂ ਜਥੇਦਾਰ ਹੋ ਅਕਾਲ ਤਖਤ ਦੇ, ਤੁਸੀਂ ਸਭ ਦੇ ਸਾਂਝੇ ਹੋ, ਤੁਸੀਂ ਹਰੇਕ ਦੇ ਸਾਂਝੇ ਹੋ। ਚਾਰੇ ਦਰਵਾਜ਼ਿਆਂ 'ਚ ਜਿੰਨੇ ਕੋਈ ਧਰਮ, ਜਿਹੜਾ ਵੀ ਕੋਈ ਸਿਆਸੀ ਪਾਰਟੀ, ਭਾਵੇਂ ਕੋਈ ਪ੍ਰਧਾਨ ਮੰਤਰੀ ਆ ਜਾਏ, ਭਾਵੇਂ ਕੋਈ ਪ੍ਰੈਜ਼ੀਡੈਂਟ ਆ ਜਾਏ, ਉਹ ਅਕਾਲ ਤਖਤ ਤੋਂ ਨੀਵਾਂ ਹੈ, ਛੋਟਾ ਹੈ। ਬਿਲਕੁਲ। ਔਰ ਜੇ ਅਕਾਲ ਤਖਤ ਦਾ ਜਥੇਦਾਰ ਐਡਾ ਵੱਡਾ ਹੈ ਤਾਂ ਉਦੋਂ ਪ੍ਰਧਾਨ ਮੰਤਰੀ ਵੀ ਛੋਟਾ ਹੈ, CM ਵੀ ਛੋਟਾ, ਤੇ ਸਾਰੀ ਦੁਨੀਆ ਹੀ ਛੋਟੀ ਹੈ। ਤੇ ਉਹਨੂੰ ਜਿਹੜਾ ਰਾਜ ਭਾਗ ਹੈ, ਜਿਹੜਾ ਉਹਦੇ ਹੱਥ ਪਾਵਰ ਦਿੱਤੀ ਹੈ, ਉਹ ਐਸੀ ਹੋਣੀ ਚਾਹੀਦੀ ਹੈ ਕਿ ਲੋਕ ਕਹਿਣ ਵਾਹ ਭਾਈ ਕਿਆ ਬਾਤ ਹੈ। ਅੱਜ ਤੱਕ ਬਾਬਾ ਦੀਪ ਸਿੰਘ ਜੀ ਨੂੰ ਲੋਕੀ ਯਾਦ ਰੱਖਦੇ ਕਿ ਨਹੀਂ? ਹੈ ਜੀ, ਜਥੇਦਾਰ ਸੀ ਦਮਦਮੀ ਟਕਸਾਲ ਦੇ, ਕਿਆ ਫੈਸਲੇ ਉਹਨਾਂ ਨੇ ਕੀਤੇ ਸੀ। ਭਾਈ ਮਣੀ ਸਿੰਘ ਉਹਨਾਂ ਨੇ ਮਿਲ ਕੇ, ਉਹ ਜਿਹੜੀਆਂ ਪਰਚੀਆਂ ਸੀ 2, ਜਦ ਤਤ ਖਾਲਸਾ ਬਣਿਆ, ਤੇ ਜਿਹੜੀ ਪਰਚੀ ਤਰਦੀ ਰਹਿ ਗਈ ਉਹਦੀ ਨੁਮਾਇੰਦਗੀ ਹੋਈ, ਦੂਜੀ ਡੁੱਬ ਗਈ। ਸੋ ਇਹੋ ਜਿਹੇ ਫੈਸਲੇ ਕਰਨੇ ਚਾਹੀਦੇ ਹੈ, ਔਰ ਡਰਨਾ ਨਹੀਂ ਚਾਹੀਦਾ ਕਿਸੇ ਤੋਂ। ਤੁਸੀਂ ਜਥੇਦਾਰ ਹੋ, ਤੁਹਾਨੂੰ ਕੀ ਲੋੜ ਹੈ ਖੌਫ ਖਾਣ ਦੀ? ਤੁਹਾਡੇ ਸਿਰ ਤੇ ਤਾਂ 10 ਗੁਰੂਆਂ ਦਾ ਛਾਇਆ, ਸ਼ਹੀਦਾਂ ਦਾ ਛਾਇਆ, ਤੁਹਾਡੇ ਕੋਲ ਤਾਂ ਇੰਨੀ ਪਾਵਰ ਹੈ ਰੱਬ ਦੀ, ਤੁਸੀਂ ਤਾਂ ਜਿਹਨੂੰ ਮਰਜ਼ੀ ਥੱਲੇ ਡੇਗ ਲਓ। ਇਸ ਕਰਕੇ ਸੱਚ ਦੀ ਕਮਾਈ ਕਰੋ, ਕੱਲ ਨੂੰ ਇਹ ਨਾ ਹੋਵੇ ਤੁਹਾਨੂੰ ਜਾ ਕੇ ਫਿਰ ਰੱਬ ਦੇ ਮੂਹਰੇ ਖੜ ਕੇ ਜਵਾਬ ਦੇਣਾ ਪਵੇ, ਉਹ ਫਿਰ ਜ਼ਿੰਦਗੀ ਚੰਗਾ ਨਹੀਂ ਲੱਗੂ। ਤਾਂ ਹੁਣ ਗੱਲ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਰੀਏ। ਹਾਲਾਂਕਿ ਲੋਕਾਂ ਦੇ ਵਿੱਚ ਉਹ ਆਪਣੀ ਛਵੀ ਜਿਹੜੀ ਹੈਗੀ ਆ ਉਹ ਚੰਗੀ ਦੱਸਦੇ ਨੇ, ਇਮਾਨਦਾਰੀ ਦੀ ਦੱਸਦੇ ਨੇ, ਆਪਣੇ ਆਪ ਨੂੰ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਾਖੇ ਵੀ ਦੱਸਦੇ ਨੇ, ਪੰਜਾਬ ਹਿਤੈਸ਼ੀ ਵੀ ਦੱਸਦੇ ਨੇ, ਪਰ ਉਹਨਾਂ 'ਤੇ ਕੁਝ ਇਲਜ਼ਾਮ ਜਿਹੜੇ ਹੈਗੇ ਬੜੇ ਸੰਗੀਨ ਲੱਗੇ ਨੇ। ਬਲਾਤਕਾਰ ਦੇ ਇਲਜ਼ਾਮ ਲੱਗੇ ਨੇ। ਇੱਕ ਲੇਡੀ ਨੇ ਇਲਜ਼ਾਮ ਲਗਾਏ, ਉਹਨਾਂ ਨੇ ਕਿਹਾ ਕਿ ਮੈਨੂੰ ਲੋੜ ਸੀ, ਆਪਣਾ ਮੈਂ ਕੰਮ ਕਰਵਾਉਣਾ ਸੀ, ਕਿਸੇ ਤੋਂ ਪੈਸੇ ਫਸੇ ਸੀ, ਤਾਂ ਮੈਂ ਸਿਮਰਜੀਤ ਸਿੰਘ ਬੈਂਸ ਤੋਂ ਜਿਹੜੀ ਮਦਦ ਮੰਗੀ ਸੀ, ਪਰ ਸਿਮਰਜੀਤ ਸਿੰਘ ਬੈਂਸ ਨੇ ਮਦਦ ਦੇਣ ਦੀ ਆੜ ਦੇ ਵਿੱਚ ਮੇਰੇ ਨਾਲ 10 ਤੋਂ 12 ਵਾਰ ਬਲਾਤਕਾਰ ਕੀਤਾ। ਸੁਖਵਿੰਦਰ ਜੀ, ਜਿਹੜੀ ਤੁਸੀਂ ਗੱਲ ਕਹੀ ਹੈ, ਪਹਿਲਾਂ ਤਾਂ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੈ। ਦੂਜੀ ਗੱਲ ਇਹ ਕਿ ਸਿਆਸਤਦਾਨਾਂ ਬਾਰੇ ਤੇ ਸਿਆਸੀ ਪਾਰਟੀਆਂ ਬਾਰੇ ਮੈਂ ਜ਼ਿਆਦਾ ਗੱਲਬਾਤ ਕਰਨਾ ਨਹੀਂ ਚਾਹੁੰਦਾ। ਇਹਨਾਂ ਬਾਰੇ ਜੋ ਮੇਰੀ ਵਿਚਾਰਧਾਰਾ ਹੈ ਉਹ ਤੁਹਾਨੂੰ ਵੀ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਮੈਂ ਕਈ ਵਾਰੀ ਹਰੀ ਸਿੰਘ ਨਲੂਆ ਜੀ ਦੀ ਗੱਲ ਕਰਦਾ ਹੁੰਦਾ ਕਿ ਮਰਦ ਕੈਸਾ ਹੋਣਾ ਚਾਹੀਦਾ ਹੈ, ਔਰ ਬਾਨੋ ਜੀ ਦੀ ਗੱਲ ਮੈਂ ਬੜੀ ਵਾਰੀ ਸਟੇਜ 'ਤੇ ਤੁਹਾਨੂੰ ਸੁਣਾਈ ਹੈ, ਸਾਰਿਆਂ ਨੇ ਸੁਣੀ ਵੀ ਹੈ ਕਿ ਬਾਨੋ ਨੂੰ ਕਿਹਾ ਸੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਆਪਣੀ ਕੁੱਖ 'ਚ, ਤੇ ਹਰੀ ਸਿੰਘ ਨਲੂਏ ਨੇ ਉਹਦੇ ਸਿਰ 'ਤੇ ਲੋਈ ਦੇ ਕੇ ਪੈਰਾਂ 'ਚ ਮੱਥਾ ਟੇਕਤਾ ਸੀ, ਤੇ ਇਹ ਕਿਹਾ ਸੀ ਕਿ ਤੈਨੂੰ ਹਰੀ ਸਿੰਘ ਨਲੂਆ ਵਰਗਾ ਪੁੱਤ ਚਾਹੀਦਾ, ਜਾਂ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਹੋਈ ਤੇ ਹਰੀ ਸਿੰਘ ਨਲੂਆ ਤੇਰਾ ਪੁੱਤ ਹੋਇਆ। ਐਸੇ ਕਿਰਦਾਰ ਆਪਣੇ ਸਿੱਖਾਂ ਦੇ, ਆਪਣੇ ਪੰਜਾਬੀਆਂ ਦੇ ਰਹਿ ਚੁੱਕੇ ਆ। ਕਈ ਗੱਲਾਂ ਮੰਨਣ ਯੋਗ ਨਹੀਂ ਆਉਂਦੀਆਂ ਕਿ ਵਾਕਈ ਸੱਚ ਹੈ ਕਿ ਨਹੀਂ ਸੱਚ ਹੈ, ਕਿਉਂਕਿ ਮੈਂ ਕਦੇ ਕਿਸੇ ਬਾਰੇ ਟਿੱਪਣੀ ਨਹੀਂ ਕਰਦਾ ਜਿਹਨੂੰ ਮੈਂ ਜਾਣਦਾ ਨਹੀਂ, ਜਿਹਨੂੰ ਮੈਂ ਮਿਲਿਆ ਨਹੀਂ।
ਔਰ ਜਿਹਨੂੰ ਮੈਂ ਚੰਗੀ ਤਰ੍ਹਾਂ ਬਹੁਤ ਸਾਲਾਂ ਤੋਂ ਜਾਣਦਾ, ਮੈਂ ਉਹਦੇ ਬਾਰੇ ਵੀ ਇੰਨੀ ਟਿੱਪਣੀ ਕਦੇ ਕਰਤਾ ਨਹੀਂ। ਪਰ ਇਹ ਦੁੱਖ ਦੀ ਗੱਲ ਹੈ ਕਿ ਤੁਹਾਡੇ ਤੇ ਇਸ ਕਿਸਮ ਦਾ ਜਿਹੜਾ ਹੈ ਇਹ ਇਲਜ਼ਾਮ ਲੱਗਿਆ। ਮਤਲਬ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ, ਕਿਉਂਕਿ ਜੇ ਕੋਈ ਧੀ ਭੈਣ ਕਿਸੇ ਦੀ ਆ ਕੇ ਤੁਹਾਡੇ ਕੋਲੇ ਗੱਲ ਕਰਦੀ ਹੈ, ਤੁਹਾਨੂੰ ਇਹ ਗੱਲ ਕਹਿੰਦੀ ਹੈ, ਔਰ ਮੇਰਾ ਖਿਆਲ ਹਰੇਕ ਦੀ ਇੱਜ਼ਤ ਸਾਂਝੀ ਹੁੰਦੀ ਹੈ, ਸ਼ਾਇਦ ਉਹ ਕਿੰਨੀ ਤਕਲੀਫ 'ਚ ਹੋਊਗੀ, ਦੁੱਖ 'ਚ ਹੋਊਗੀ। ਤੇ ਜੇ ਕੋਈ ਗੱਲ ਹੈਗੀ ਹੈ, ਤੁਸੀਂ ਆਓ ਸਾਹਮਣੇ, ਤੁਸੀਂ ਉਹ ਧੀ ਨੂੰ ਮਿਲੋ, ਭੈਣ ਨੂੰ ਮਿਲੋ ਕਿ ਵੀ ਬਹਿ ਜਾ, ਦੱਸ ਮੇਰਾ ਕੀ ਕਸੂਰ ਹੈ, ਮੈਂ ਤੇਰੇ ਸਾਹਮਣੇ ਬੈਠਾ। ਇਹ ਬਹੁਤ ਦੇਖੋ, ਮੈਂ ਤਾਂ ਹੀ ਕਹਿੰਦਾ ਜਿਹੜੇ ਬੰਦ ਕਮਰੇ 'ਚ ਗੱਲਾਂ ਹੁੰਦੀਆਂ ਨੇ, ਇਹ ਚੋਰ ਤੇ ਠੱਗ ਤੇ ਇਹ ਹੋਈ ਅਕਿਰਤ ਕਰਨ ਲੋਕ ਕਰਦੇ ਆ। ਤੁਸੀਂ ਬਿਠਾਓ, ਮੈਂ ਜੋਵਾਂ, ਮੈਂ ਕਹਾਂ ਬੈਠ ਜਾ ਬੀਬਾ, ਆ ਮੈਂ ਬੈਠਾ, ਆਓ ਵੀ ਪ੍ਰੈਸ ਵਾਲੇ ਸਾਰੇ, ਤੂੰ ਹੱਥ ਰੱਖ ਗ੍ਰੰਥ ਸਾਹਿਬ ਦੇ, ਗੁਰੂ ਮਹਾਰਾਜ ਦੇ, ਜਿਹਨੂੰ ਵੀ ਤੂੰ ਮੰਨਦੀ ਹੈ, ਠੀਕ ਹੈ, ਮੈਂ ਵੀ ਰੱਖਦਾ। ਗੁਰੂ ਮਹਾਰਾਜ ਆ ਤੂੰ ਹਾਜ਼ਰ ਨਾਜ਼ਰ ਹੈ, ਦੋਨੋਂ ਬੈਠ ਕੇ ਸਾਰੀ ਦੁਨੀਆ ਦੇ ਵਿੱਚ ਜਦ ਆਪਾਂ ਸੱਚੇ ਆ ਤਾਂ ਫਿਰ ਆਪਾਂ ਡਰਨ ਦੀ ਲੋੜ ਨਹੀਂ। ਜੇ ਤੂੰ ਝੂਠ ਬੋਲ ਰਹੀ ਹੈ ਤਾਂ ਰੱਬ ਜਾਣੇ ਤੇ ਤੂੰ ਜਾਣੇ, ਜੇ ਮੈਂ ਝੂਠ ਬੋਲ ਰਿਹਾ ਤਾਂ ਮੇਰਾ ਰੱਬ ਜਾਣੇ ਤੇ ਮੈਂ ਜਾਣਾ। ਫੈਸਲਾ ਖਤਮ, ਗੱਲ ਖਤਮ। ਮੈਂ ਸਮਝਦਾ ਜੇ ਅੱਖ ਚੱਖ ਪਾ ਕੇ ਤੁਸੀਂ ਕਿਸੇ ਦੀ ਇਹੋ ਜਿਹੀ ਗੱਲ ਕਰ ਦਿੰਦੇ ਹੋ ਨਾ, ਕਹਿੰਦੇ ਮੇਰੀ ਅੱਖਾਂ ਚੱਖਾਂ ਪਾ ਕੇ ਹੁਣ ਕਹਿ ਕਿ ਮੈਂ ਦਾਗੀ ਹਾਂ ਕਿ ਨਹੀਂ, ਤਾਂ ਉਹ ਗੱਲ ਦਾ ਬੜਾ ਵੱਡਾ ਇੱਕ ਗੱਲ ਬਣ ਜਾਂਦੀ ਹੈ। ਕਿਉਂਕਿ ਹਰੇਕ ਧੀ ਭੈਣ ਦੀ ਇੱਜ਼ਤ ਜਿਹੜੀ ਹੈ ਉਹਨੂੰ ਮਹਿਫੂਜ਼ ਰੱਖਣਾ ਆਪਣਾ ਕੰਮ ਹੈ, ਪੰਜਾਬੀਆਂ ਦਾ ਖਾਸ ਕਰ ਕੰਮ, ਖਾਸ ਕਰ ਜਿਨ੍ਹਾਂ ਨੇ ਪੱਗ ਬੰਨੀ ਹੈ, ਦਾੜੇ ਰੱਖੇ। ਉਸ ਲੇਡੀ ਨੇ ਸਾਰੀ ਸਿਮਰਜੀਤ ਸਿੰਘ ਬੈਂਸ ਤੇ ਹੀ ਨਹੀਂ ਇਕੱਲੇ ਤੇ ਇਲਜ਼ਾਮ ਲਗਾਏ, ਉਹਨਾਂ ਨੇ ਉਸਦੇ ਬ੍ਰਦਰ ਤੇ ਵੀ ਲਗਾਏ। ਉਹਨਾਂ ਨੇ ਸਾਰੀ WhatsApp ਚੈਟ ਵੀ ਕੱਢ ਕੇ ਰੱਖਤੀ ਵਿਦ ਨੰਬਰ ਨਾਲ। ਉਹਨਾਂ ਨੇ ਕਿਹਾ ਕਿ ਮੈਨੂੰ ਇਹਦਾ ਬ੍ਰਦਰ ਵੀ ਜਿਹੜਾ ਕਨਵਿੰਸ ਕਰਦਾ ਸੀ ਕਿ ਬਾਹਰ ਆ ਕੇ ਮੈਨੂੰ ਮਿਲ। ਮੈਂ ਕਹਿੰਦਾ ਕੁਝ ਵੀ ਹੋਵੇ, ਤੁਸੀਂ ਬ੍ਰਦਰ ਨੂੰ ਵੀ ਬਿਠਾਓ, ਸਭ ਨੂੰ ਬਿਠਾਓ, ਚੈਟਾਂ ਬਾਹਰ ਕੱਢ ਲਓ, ਦੱਸੋ ਜੇ ਸੱਚ ਹੈ ਵੀ ਇਹ ਮੈਸੇਜ ਮੈਂ ਕਿਉਂ ਕਰ ਰਿਹਾ ਸੀ। ਜੇ ਸੱਚ ਹੈ ਕਹੋ ਹਾਂ ਬਈ ਦੱਸ ਇਹਦੀ ਸਜ਼ਾ ਕੀ ਮਿਲਣੀ ਹੈ, ਜੇ ਸੱਚ ਨਹੀਂ ਹੈ ਤਾਂ ਫਿਰ ਤੂੰ ਦੱਸ। ਗੱਲ ਉਹੀ ਹੈ, ਜਦ ਤੱਕ ਤੁਸੀਂ ਪ੍ਰੈਸ ਦੇ ਵਿੱਚ ਸ਼ਰੇਆਮ ਬੈਠ ਕੇ ਆਵਾਮ ਦੇ ਸਾਹਮਣੇ ਕਚਹਿਰੀ ਨਹੀਂ ਲਾਓਗੇ, ਤੁਸੀਂ ਹਮੇਸ਼ਾ ਝੂਠੇ ਹੀ ਕਹਿਲਾਓ ਜਾਓ। ਬੈਂਸ ਕਹਿੰਦਾ ਕਿ ਮੈਂ ਸਮਝੂੰਗਾ, ਮੈਂ ਸਮਝਦਾ ਕਿ ਜਿਨ੍ਹਾਂ ਦੇ ਵੀ ਆਰੋਪ ਲੱਗਿਆ, ਜਿਨ੍ਹਾਂ ਨੇ ਵੀ ਲਾਇਆ ਹੈ, ਇਹਨਾਂ ਦੋਨਾਂ ਨੂੰ ਇੱਕ ਵਾਰੀ ਆਮਣੇ ਸਾਹਮਣੇ ਬਿਠਾ ਕੇ ਉਹ ਆਪ ਹੀ ਲੈ ਆਉਣ, ਬਿਠਾ ਕੇ ਦੱਸਣ ਕਿ ਹਾਂ ਵੀ ਤੂੰ ਦੱਸ, ਅੱਖ ਚੱਕ ਪਾ ਕੇ ਵੀ ਮੈਂ ਝੂਠਾ ਕਿ ਤੂੰ ਝੂਠੀ। ਸਿਮਰਜੀਤ ਬੈਂਸ ਕਹਿੰਦੇ ਆ ਕਿ ਮੈਨੂੰ ਜਿਹੜੀ ਆ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਿਰਫ, ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੀ ਛਵੀ ਨੂੰ ਦੇਖਦਿਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਜਾਣਬੁੱਝ ਕੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਨਾਲ ਇਹ ਸਕੀਮ ਸਾਰੀ ਘੜੀ ਜਾ ਰਹੀ ਹੈ। ਮੰਨ ਲਈ ਤੁਸੀਂ ਇਹ ਗੱਲ, ਆਓ ਤੁਸੀਂ ਉਹਨੂੰ ਬੁਲਾਓ ਕਿ ਆ ਬੀਬਾ ਬਹਿ ਜਾ, ਜੇ ਮੈਂ ਗੁਨਾਹਗਾਰ ਹਾਂ ਤੂੰ ਦੱਸ। ਦੇਖੋ ਗੱਲ ਤਾਂ ਮੁੱਕਣੀ ਹੈ ਜਦੋਂ ਦੋ ਬੰਦੇ ਆਮਣੇ ਸਾਹਮਣੇ, ਕਚਹਿਰੀ 'ਚ ਆਪਾਂ ਜਾਂਦੇ ਹਾਂ, ਜੱਜ ਬੈਠਾ ਹੁੰਦਾ, ਦੋਨੋਂ ਮੁਲਜ਼ਮ ਆਮਣੇ ਸਾਹਮਣੇ ਹੁੰਦੇ ਨੇ, ਜੱਜ ਇੱਧਰ ਵੀ ਦੇਖਦਾ ਇੱਧਰ ਵੀ ਦੇਖਦਾ, ਦੋਨਾਂ ਦੀ ਅੱਖਾਂ ਪਛਾਣਦਾ, ਦੋਨਾਂ ਦੇ ਬੁੱਲ ਵੀ ਪਛਾਣਦਾ। ਜੇ ਸੂਝਵਾਨ ਜੱਜ ਹੋਵੇ, ਰੱਬ ਨਾਲ ਜੁੜਿਆ ਹੋਵੇ, ਫਿਰ ਉਹ ਫੈਸਲਾ ਵੀ ਕਰੈਕਟ ਕਰੂਗਾ। ਤੁਸੀਂ ਬਿਠਾਓ, ਉਹ ਬੀਬਾ ਜੀ ਨੂੰ ਵੀ ਬਹਿਣਾ ਚਾਹੀਦਾ, ਬੈਂਸ ਸਾਹਿਬ ਵੀ ਬਹਿ ਜਾਣ ਤੇ ਕੱਟਾ ਕੱਟੀ ਕੱਢ ਲਓ, ਕਿਹੜੀ ਗੱਲ ਹੈ, ਆਪਾਂ ਨੂੰ ਡਰਨ ਦੀ ਕੀ ਗੱਲ ਹੈ? ਜਦ ਆਪਾਂ ਕੁਝ ਕੀਤਾ ਹੀ ਨਹੀਂ ਤਾਂ ਆਪਾਂ ਕਿਉਂ ਉਸ ਗੱਲ ਤੋਂ ਡਰੀਏ? ਸੋ ਮੈਂ ਸਮਝਦਾ ਕਈ ਵਾਰੀ ਇਲਜ਼ਾਮ ਵੀ ਲੱਗ ਜਾਂਦੇ ਨੇ, ਪਰ ਮੈਂ ਹਮੇਸ਼ਾ ਇਹ ਬੰਦੇ ਨੂੰ ਕਿਹਾ ਵੀ ਜਦ ਤੁਸੀਂ ਕਿਸੇ ਇਲਜ਼ਾਮ ਲਾਉਣਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ। ਪਰ ਜਿੱਦਾਂ ਤੁਸੀਂ ਦੱਸਿਆ ਵੀ ਇੰਨੇ ਪ੍ਰੂਫ ਹੈਗੇ, ਸਭ ਕੁਝ ਹੈਗਾ, ਫਿਰ ਉਸ ਤੋਂ ਬਾਅਦ ਤਾਂ ਫਿਰ ਕਾਨੂੰਨ ਦੀ ਗੱਲ ਰਹਿ ਜਾਂਦੀ। ਹੁਣ ਇਹ ਡਿਪੈਂਡ ਕਰਦਾ ਵੀ ਕੀ ਕਰਨਾ ਚਾਹੀਦਾ। ਤਾਂ ਹੁਣ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਉਹ ਖਤਮ ਹੋ ਚੁੱਕੀ ਆ। ਕਿਸਾਨਾਂ ਨੇ ਜਿਹੜਾ ਫੈਸਲਾ ਲੈਣਾ ਸੀ ਟ੍ਰੇਨਾਂ ਚਲਾਉਣ ਦੇ ਸੰਬੰਧੀ, ਉਹਨਾਂ ਨੇ ਕਹਿਤਾ ਕਿ ਪਹਿਲਾਂ ਜਿਹੜਾ ਕੇਂਦਰ ਹੈ ਉਹ ਟ੍ਰੇਨਾਂ ਚਲਾ ਦੇਵੇ ਮਾਲ ਗੱਡੀਆਂ, ਫਿਰ ਅਸੀਂ ਆਪਣੇ ਵਾਲਾ ਫੈਸਲਾ ਲਵਾਂਗੇ ਕਿ ਪੈਸੇਂਜਰ ਟ੍ਰੇਨਾਂ ਚਲਾਉਣੀਆਂ ਨੇ ਜਾਂ ਨਹੀਂ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿਤੀ ਹੈ ਕਿ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। 26-27 ਨਵੰਬਰ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਵੀ ਜਾਵਾਂਗੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਾਡੇ ਨਾਲ ਮੀਟਿੰਗ ਕਰਨਾ ਫਿਰ ਚਾਹੁੰਦਾ ਹੈ ਤਾਂ ਅਸੀਂ ਉਹ ਮੀਟਿੰਗ ਤੋਂ ਵੀ ਮੁਨਕਰ ਨਹੀਂ, ਅਸੀਂ ਮੀਟਿੰਗ ਵੀ ਕਰਨ ਨੂੰ ਤਿਆਰ ਹਾਂ। ਬਹੁਤ ਸੋਹਣਾ ਫੈਸਲਾ, ਮੈਂ ਸਮਝਦਾ ਬਹੁਤ ਸੂਝਵਾਨ ਫੈਸਲਾ ਜਥੇਬੰਦੀਆਂ ਨੇ ਕੀਤਾ। ਪਰ ਜੋ ਵੀ ਕਰੋ, ਤੁਸੀਂ ਮੇਰੇ ਵੱਡ ਵਡੇਰੇ ਵੀ ਹੋ, ਤੁਸੀਂ ਮੇਰੇ ਹਾਣ ਦੇ ਵੀ ਹੋਵੋਗੇ, ਕੁਝ ਜਿਹੜੇ ਸਿਆਣੇ ਵੀ ਹੋਵੋਗੇ, ਆਪਾਂ ਜੋ ਵੀ ਕਰਨਾ ਹੈ ਸ਼ਾਂਤੀ ਸੰਪੂਰਨ ਕਰਨਾ ਹੈ। ਆਪਾਂ ਕਿਸੇ ਨੂੰ ਉੱਚਾ ਨਹੀਂ ਬੋਲਣਾ, ਆਪਾਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਕੋਈ ਗੱਲ ਨਹੀਂ, ਜੇ ਆਪਣੀ ਇੱਜ਼ਤ ਨਹੀਂ ਕੋਈ ਕਰਦਾ ਤਾਂ ਕੋਈ ਗੱਲ ਨਹੀਂ, ਜਾਂ ਤੂੰ ਜਾਣੇ ਤੇ ਮੇਰਾ ਖੁਦਾ ਜਾਣੇ, ਆਪੇ ਗੱਲ ਕਰ ਲਾਂਗੇ, ਠੀਕ ਹੈ। ਸੋ ਮੈਂ ਸਮਝਦਾ ਬਹੁਤ ਸੋਹਣਾ ਫੈਸਲਾ, ਔਰ ਇਸ ਤਰ੍ਹਾਂ ਹੀ ਅੰਦੋਲਨ ਚੱਲਣਾ ਚਾਹੀਦਾ। ਹੁਣ ਜੇ ਟ੍ਰੇਨਾਂ ਵਾਸਤੇ ਕਹਿਤਾ ਹੈ ਤੇ ਸੈਂਟਰ ਸਰਕਾਰ ਫਿਰ ਆਪੇ ਹੀ, ਉਹ ਕਹਿੰਦਾ ਨਾਈਆ ਬਾਲ ਕਿੱਡੇ ਕਿੱਡੇ, ਕਹਿੰਦਾ ਜਮਾਨਾ ਸਾਹਮਣੇ ਆ ਜਾਣੇ ਆ। ਜਦ ਆਪਾਂ ਕਹਿਤਾ ਵੀ ਤੁਸੀਂ ਜਿਹੜੀਆਂ ਗੁੱਡਸ ਟ੍ਰੇਨ ਚਲਾਓ ਤੇ ਚਲਾਓ ਫਿਰ ਮਾਲ ਗੱਡੀਆਂ, ਤੇ ਜੇ ਉਹ ਨਹੀਂ ਚਲਾਉਂਦੇ ਇਹਦਾ ਮਤਲਬ ਦਾਲ 'ਚ ਕੋਈ ਕਾਲਾ। ਤੇ ਪੈਸੇਂਜਰ ਜਿਹੜੀਆਂ ਗੱਡੀਆਂ ਹੈਗੀਆਂ ਉਹ ਨਾ ਵੀ ਚੱਲਣ ਤੇ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਪਰ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ ਜਿੱਥੇ ਬੰਦੇ ਨੇ ਆਪਣਾ ਬਿਜ਼ਨਸ ਕਰਨਾ। ਸੋ ਆਪਾਂ ਦੇਖਾਂਗੇ, ਮੈਨੂੰ ਤੇ ਫੈਸਲਾ ਬਹੁਤ ਚੰਗਾ ਲੱਗਾ। ਗੱਲਬਾਤ ਕਰਨ ਲਈ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਰਦਾਰ ਯੋਗਰਾਜ ਸਿੰਘ
ਜਿਨ੍ਹਾਂ ਨੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਯੋਗਰਾਜ ਸਿੰਘ ਜੀ ਦੇ ਇਹ ਵਿਚਾਰ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ। ਤਾਂ ਅਸੀਂ ਵੀ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੇ ਬਹੁਤ ਸਾਰੇ ਕੋਈ ਮੁੱਦੇ ਨੇ ਜਿਹੜੇ ਹਾਲੇ ਤੁਹਾਡੇ ਨਹੀਂ ਚੱਕੇ ਗਏ ਜਾਂ ਤੁਹਾਡੀ ਨਹੀਂ ਕੋਈ ਸੁਣਵਾਈ ਕਰਦਾ, ਤਾਂ ਸਾਡੀ ਵੀਡੀਓ ਦੇ ਹੇਠਾਂ ਜਾ ਕੇ ਤੁਸੀਂ ਆਪਣਾ ਮੁੱਦਾ ਜਿਹੜਾ ਹੈਗਾ ਉਹ ਕਮੈਂਟ ਕਰਕੇ ਦੱਸ ਸਕਦੇ ਹੋ, ਜਾਂ ਫਿਰ ਸਕਰੀਨ ਦੇ ਉੱਪਰ ਸਾਡੇ ਨੰਬਰ ਲਗਾਤਾਰ ਚੱਲ ਰਹੇ ਨੇ, ਤੁਸੀਂ ਆਪਣਾ ਜਿਹੜਾ ਮੁੱਦਾ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਤੁਹਾਡਾ ਮੁੱਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚੁੱਕ ਸਕੀਏ। ਫਿਲਹਾਲ ਮੈਨੂੰ ਦਿਓ ਇਜਾਜ਼ਤ।